ਹੋ ਕਿਲ ਵਿਖੋ ਕਰਤਾ ਘਰ ਆਇਆ। ਦੂਤ ਹੈ ਦਹਨ ਭਇਆ ਗੋਬਿੰਦ ਪ੍ਰਗਟਾਇਆ। ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਦੂਤ ਹੈ ਦਹਨ ਭਇਆ ਗੋਬਿੰਦ ਪ੍ਰਗਟਾਇਆ। ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ। ਅਚਰਜ ਡੀਠਾ ਅਮਿਓ ਬੂਠਾ ਗੁਰ ਪ੍ਰਸਾਦੀ ਜਾਣਿਆ। ਮਨ ਸ਼ਾਂਤ ਆਈ ਵੱਜੀ ਵਾਧਾਈ ਨਹਿ ਅੰਤ ਜਾਈ ਪਾਇਆ। ਬਿਨਵੰਤ ਨਾਨਕ ਮੈਂ ਹਰ ਘਰ ਮੇਲਾ ਓ ਪ੍ਰਭੂ ਆਪ ਬਣਾਇਆ। ਮੇਰੀ ਸੇਜੜੀਐ ਆਡੰਬਰ ਬਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਆਪ ਨਿਤ ਦੀ ਮਰਿਆਦਾ ਮੁਤਾਬਕ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ, ਜੋ ਹੁਣ ਤੱਕ ਦੇ ਦੀਵਾਨਾਂ ਦੀ ਮਹਾਰਾਜ ਜੀਆਂ ਨੇ ਨਿਰਵਿਘਨਤਾ ਸਹਿਤ ਸੰਪੂਰਨਤਾਈ ਕਰਵਾਉਣਾ ਕੀਤੇ ਨੇ। ਤਾਂ ਗੁਰਸੰਗਤ ਜੀ, ਹੁਣ ਸਮਾਂ ਹੈ, ਅੱਜ ਉਹ ਮੁਬਾਰਕ ਦਿਹਾੜਾ ਹੈ ਜਦੋਂ ਗੁਰਸੰਗਤ ਜੀ ਮਹਾਰਾਜ ਪਹਿਲੇ ਪਾਤਸ਼ਾਹ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ, ਤਪਦੀਆਂ ਹੋਈਆਂ ਰੂਹਾਂ ਨੂੰ ਠਾਰਨ ਵਾਸਤੇ ਪਿਤਾ ਮਹਿਤਾ ਕਾਲੂ ਜੀਆਂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀਆਂ ਦੇ ਉਦਰ ਤੋਂ ਸ੍ਰੀ ਨਨਕਾਣਾ ਸਾਹਿਬ ਰਾਏ ਭੋਏ ਜੀਆਂ ਦੀ ਤਲਵੰਡੀ ਵਿਖੇ ਪ੍ਰਕਾਸ਼ਮਾਨ ਹੋਣਾ ਕੀਤਾ। ਸੋ ਆਪ ਸਮੂਹ ਸੰਗਤਾਂ ਨੂੰ ਸਮੁੱਚੀ ਮਨੁੱਖਤਾ ਦੇ ਰਹਿਬਰ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ ਜੀ। ਤਾਂ ਗੁਰਸੰਗਤ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦੇ ਇਤਿਹਾਸ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਅਸੀਸ ਰੂਪ ਬਖਸ਼ਿਸ਼ ਰੂਪ ਫਤਿਹ ਗਜਾਣਾ ਕਰੀਏ ਜੀ। ਬਖਸ਼ੋ ਅਸੀਸ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰਸੰਗਤ ਜੀ ਉਹ ਮੁਬਾਰਕ ਦਿਹਾੜਾ ਹੈ ਜਦੋਂ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਨੇ ਧੰਨ ਪਿਤਾ ਮਹਿਤਾ ਕਾਲੂ ਜੀਆਂ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀਆਂ ਦੇ ਕੁੱਖੋਂ ਆਪ ਸ੍ਰੀ ਨਨਕਾਣਾ ਸਾਹਿਬ ਜੀਆਂ ਦੀ ਧਰਤੀ ਤੇ ਰਾਏ ਭੋਏ ਜੀਆਂ ਦੀ ਤਲਵੰਡੀ ਵਿਖੇ ਪ੍ਰਕਾਸ਼ਮਾਨ ਹੋਣਾ ਕੀਤਾ। ਜਿਸ ਸਮੇਂ ਮਹਾਰਾਜ ਆਪ ਪ੍ਰਕਾਸ਼ਮਾਨ ਹੋਏ ਨਾ, ਹਰ ਪਾਸੇ ਖੁਸ਼ੀ ਖੁਸ਼ੀ ਸੀ, ਹਰ ਪਾਸੇ ਆਨੰਦ ਹੀ ਆਨੰਦ ਸੀ। ਜੇ ਕੋਈ ਕਿਸੇ ਨੂੰ ਪੁੱਛਣਾ ਵੀ ਕਰੇ ਕਿ ਬਈ ਖੁਸ਼ੀ ਦਾ ਕਾਰਨ ਕੀ ਹੈ, ਤਾਂ ਗੁਰਸੰਗਤ ਜੀ ਉਹ ਕਹਿਣਾ ਕਰਨ ਕਿ ਇੱਕ ਅਜੀਬ ਹੀ ਖੁਸ਼ੀ ਹੈ। ਭਾਵ ਐਸਾ ਸਮਾਂ ਜਦੋਂ ਮਹਾਰਾਜ ਧਰਤੀ ਦੇ ਉੱਤੇ ਆਏ, ਨਾ ਕਦੀ ਬਣਿਆ ਸੀ ਤੇ ਨਾ ਹੁਣ ਕਦੀ ਬਣਨਾ ਹੈ। ਉਹ ਇਲਾਕਾ ਜਿੱਥੇ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋਣਾ ਕੀਤਾ, ਉਸ ਇਲਾਕੇ ਨੂੰ ਆਖਿਆ ਜਾਂਦਾ ਬਾਰ ਦੇਸ਼। ਜਿੱਦਾਂ ਗੁਰਸੰਗਤ ਜੀ ਅਸੀਂ ਜਲੰਧਰ ਦਾ ਇਲਾਕਾ ਹੈ ਨਾ, ਜਲੰਧਰ ਦੇ ਇਲਾਕੇ ਨੂੰ ਦੁਆਬਾ ਇਲਾਕਾ ਵੀ ਕਿਹਾ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅਸਥਾਨਾਂ ਨੂੰ ਮਾਝੇ ਦਾ ਇਲਾਕਾ ਕਿਹਾ ਜਾਂਦਾ ਹੈ। ਤੇ ਬਠਿੰਡੇ ਦੀ ਧਰਤੀ ਦੇ ਉੱਤੇ ਜਾਈਏ ਤਾਂ ਉਹ ਇਲਾਕਾ ਹੈ ਉੱਥੇ ਮਾਲਵਾ ਇਲਾਕਾ। ਇਹ ਪੰਜਾਬ ਦੀਆਂ ਜਿਹੜੀਆਂ ਭਾਸ਼ਾਵਾਂ ਨੇ, ਇਹਨਾਂ ਦੇ ਵਿੱਚੋਂ ਕੁਝ ਉਪ ਭਾਸ਼ਾਵਾਂ ਵੀ ਹੋਇਆ ਕਰਦੀਆਂ ਨੇ। ਤੇ ਇਲਾਕੇ ਜਿਹੜੇ ਨੇ ਇਸ ਪ੍ਰਕਾਰ ਦੇ ਨਾਲ ਸ਼੍ਰੀ ਨਨਕਾਣਾ ਸਾਹਿਬ ਜੀਆਂ ਦੀ ਧਰਤੀ ਨੂੰ ਬਾਰ ਦੇਸ਼ ਦਾ ਇਲਾਕਾ ਕਿਹਾ ਜਾਂਦਾ ਹੈ। ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦਾ ਆਣਾ ਐਸਾ ਸੀ ਗੁਰਸੰਗਤ ਜੀ, ਜਦੋਂ ਮਹਾਰਾਜ ਦਾ ਆਉਣਾ ਹੋਇਆ ਨਾ ਸੰਸਾਰ ਦੇ ਵਿੱਚ, ਤੇ ਜਿੰਨੇ ਵੀ ਬਾਲਕਾਂ ਦਾ ਜਨਮ ਉਸ ਸਮੇਂ ਹੋਇਆ ਸੀ, ਉਹ ਸਾਰੇ ਦੇ ਸਾਰੇ ਆਤਮ ਗਿਆਨੀ ਹੋ ਗਏ। ਉਹ ਸਾਰੇ ਦੇ ਸਾਰੇ ਬ੍ਰਹਮ ਗਿਆਨੀ ਹੋ ਗਏ। ਗੁਰਸੰਗਤ ਜੀ ਐਸਾ ਸਮਾਂ ਬਣਿਆ ਸੀ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦੇ ਆਉਣ ਤੇ। ਆਤਮ ਗਿਆਨ ਦੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ। ਜਿਸ ਅਵਸਥਾ ਨੂੰ ਪ੍ਰਾਪਤੀ ਵਾਸਤੇ
जीव सारी उम्र लगाना करदे नहीं प्राप्त हुंदी, गुरु महाराज जियां दी किरपा नाल उन्हां नूं तत्काल ही प्राप्त हो गई सी। ਤਾਂ ਬੇਬੇ ਨਾਨਕੀ ਜੀ ਵੀ ਪਰਮੇਸ਼ਰ ਜੀਆਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਮਹਾਰਾਜ ਸਾਨੂੰ ਵੀ ਭਰਾਤਾ ਜੀਆਂ ਦੀ ਦਾਤ ਦੇਣਾ ਕਰੋ। ਤਾਂ ਪਰਮੇਸ਼ਰ ਨੇ ਆਪ ਹੀ ਗੁਰਸੰਗਤ ਜੀ ਆ ਜਾਣਾ ਕੀਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਰੂਪ ਵਿੱਚ। ਤਾਂ ਉਸ ਸਮੇਂ ਧਰਤੀ ਮਾਤਾ ਦੀ ਵੀ ਪੁਕਾਰ ਕੁਝ ਐਸੀ ਹੀ ਸੀ, ਕਿਉਂਕਿ ਉਸ ਸਮੇਂ ਦੇ ਰਾਜੇ ਜਿਹੜੇ ਸਨ ਉਹ ਪ੍ਰਜਾ ਪਾਲਕ ਨਾ ਹੋਣ ਕਰਕੇ ਪ੍ਰਜਾ ਘਾਲਕ ਹੋ ਗਏ ਸਨ। ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਨਾ ਕੀਤਾ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਆਧੇਰਾ ਰਾਹ ਨਾ ਕੋਈ, ਵਿੱਚ ਹਉ ਮੈਂ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਤਾਂ ਸਾਰੇ ਰਾਜੇ ਜਿਹੜੇ ਸਨ ਉਹ ਰਾਜੇ ਸੀਹ ਮੁਕੱਦਮ ਕੁੱਤੇ, ਪ੍ਰਜਾ ਨੂੰ ਆਪ ਬੋਟੀਆਂ ਨੋਚ ਨੋਚ ਕੇ ਖਾਣਾ ਕਰ ਰਹੇ ਸਨ। ਧਰਤੀ ਮਾਤਾ ਨੇ ਆਪ ਪਰਮੇਸ਼ਰ ਅੱਗੇ ਪੁਕਾਰ ਕਰਨਾ ਕੀਤੀ, ਆਪ ਪਰਮੇਸ਼ਰ ਕਿਰਪਾ ਕਰਕੇ ਆਉਣਾ ਕਰੋ। ਤੇ ਧਰਤੀ ਮਾਤਾ ਜੀ ਦਾ ਤੇ ਧੰਨ ਬੇਬੇ ਨਾਨਕੀ ਜੀਆਂ ਦੀ ਪੁਕਾਰ ਸੁਣ ਕਰਕੇ ਮਹਾਰਾਜ ਪਹਿਲੇ ਪਾਤਸ਼ਾਹ ਜੀ ਆਉਣਾ ਕੀਤੇ ਨੇ। ਪਰਮੇਸ਼ਰ ਜੀਆਂ ਨੇ ਵੀ ਵਿਚਾਰ ਕਰਨਾ ਕੀਤੀ ਕਿ ਪਹਿਲਾਂ ਕਿੰਨਿਆਂ ਨੂੰ ਅਸੀਂ ਭੇਜਣਾ ਕੀਤਾ, ਪਰ ਹੁਣ ਸਾਨੂੰ ਆਪ ਹੀ ਆਣਾ ਪੈਣਾ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਧਰਤੀ ਮਾਤਾ ਦੀ ਪੁਕਾਰ ਨੂੰ ਸੁਣ ਕਰਕੇ, ਬੇਬੇ ਨਾਨਕੀ ਜੀ ਦੀ ਪੁਕਾਰ ਨੂੰ ਸੁਣ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧਰਤੀ ਉੱਪਰ ਆਉਣਾ ਕੀਤੇ। ਪਰਮੇਸ਼ਰ ਦਾ ਰੂਪ ਧਾਰਨ ਕਰਕੇ ਆਪ ਨਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮੇਸ਼ਰ ਦੀ ਜੋਤ ਨੂੰ ਮਹਾਰਾਜ ਨੇ ਅਨੇਕਾਂ ਹੀ ਲੋਕਾਂ ਤੱਕ ਆਪ ਪਹੁੰਚਾਉਣਾ ਕੀਤਾ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਸੀ। ਸੋ ਆਪ ਮਹਾਰਾਜ ਅਨੇਕਾਂ ਹੀ ਪ੍ਰਕਾਰ ਦੇ ਚੋਜ ਵਰਤਾਉਣਾ ਕਰ ਰਹੇ ਨੇ ਗੁਰਸੰਗਤ ਜੀ। ਪਹਿਲਾਂ ਆਪ ਮਹਾਰਾਜ ਨੇ ਕੀ ਕਾਜ ਕਰਨਾ ਕੀਤੇ ਨੇ ਗੁਰਸੰਗਤ ਜੀ। ਭੁੱਖਿਆਂ ਨੂੰ, ਸਾਧੂਆਂ ਨੂੰ ਆਪ ਭੋਜਨ ਵੀ ਛਕਾਉਣਾ ਕੀਤਾ। ਜਦੋਂ 20 ਰੁਪਏ ਦਾ ਆਪ ਮਹਾਰਾਜ ਨੇ ਦੇ ਪਿਤਾ ਜੀ ਨੇ ਆਖਣਾ ਕੀਤਾ ਨਾ ਕਿ ਭੋਜਨ ਛਕਾਇਆ ਜੇ, ਸੱਚਾ ਵਾਹਿਗੁਰੂ ਸੱਚਾ ਸੌਦਾ ਕਰਕੇ ਆਉਣਾ ਕਰਿਆ ਜੇ, ਤਾਂ ਮਹਾਰਾਜ ਆਖਣ ਲੱਗੇ ਕਿ ਇਸ ਤੋਂ ਵੱਡਾ ਸੱਚਾ ਸੌਦਾ ਕਿਹੜਾ ਹੋ ਸਕਦਾ ਹੈ ਕਿ ਅਸੀਂ ਭੁੱਖੇ ਸਾਧੂਆਂ ਸੰਤਾਂ ਨੂੰ ਭੋਜਨ ਛਕਾ ਦਈਏ। ਕਿੰਨੇ ਦਿਨਾਂ ਦੇ ਉਹ ਆਪ ਭੁੱਖੇ ਸਨ, ਤਾਂ ਆਪ ਬਾਜ਼ਾਰ ਦੇ ਵਿੱਚੋਂ ਆਟਾ ਦਾਲ ਰਸਦ ਲਿਆ ਕਰਕੇ ਉਹਨਾਂ ਨੂੰ ਭੋਜਨ ਪਏ ਛਕਾਉਣਾ ਕਰਦੇ ਨੇ। ਤਾਂ ਕਿਸੇ ਨੇ ਪੁੱਛ ਵੀ ਲੈਣਾ ਕੀਤਾ, ਮਹਾਰਾਜ ਪਿਤਾ ਜੀ ਬੜੇ ਨਾਰਾਜ਼ ਹੋਣਾ ਕਰਨਗੇ। ਤੇ ਆਖਣ ਲੱਗੇ ਅਸੀਂ ਆਪਣੇ ਪਿਤਾ ਜੀ ਦੀ ਨਾਰਾਜ਼ਗੀ ਤਾਂ ਸਹਿ ਸਕਦੇ ਹਾਂ, ਪਰ ਉਸ ਜਗਤ ਪਿਤਾ ਦੀ ਨਾਰਾਜ਼ਗੀ ਨਹੀਂ ਸਹਿ ਸਕਦੇ। ਸੋ ਆਪ ਭੁੱਖੇ ਸਾਧੂਆਂ ਸੰਤਾਂ ਨੂੰ ਭੋਜਨ ਛਕਾਉਣਾ ਕੀਤਾ ਗਿਆ। ਥੋੜੀ ਅਰਬਲਾ ਮਹਾਰਾਜ ਜੀਆਂ ਦੀ ਲਮੇਰੀ ਹੋਈ, ਵੱਡੀ ਹੋਈ, ਤਾਂ ਗੋਪਾਲ ਪਾਂਡੇ ਜੀ ਦੇ ਕੋਲ ਪੜਨ ਵਾਸਤੇ ਭੇਜਿਆ ਗਿਆ। ਹਜੇ ਵਿਦਿਆ ਲਿਖਾਣਾ ਹੀ ਕਰ ਰਹੇ, ਅੱਖਰ ਲਿਖਾਣਾ ਕਰ ਰਹੇ ਨੇ ਪੰਡਿਤ ਜੀ। ਤੇ
आख देना कीता कि सानू अर्थ दसना करो इन्हां दे। ते पंडित जी आखण लगे आप जियां ने विद्या पढ़नी है अर्थ दे नाल, तां अर्थ क्यों आप पढ़ना चाहुंदे हो, आप सिर्फ विद्या पढ़ो। आखण लगे महाराज कि असी विद्या ਉਹ ਵਾਲੀ ਪੜ੍ਹਨੀ ਜਿਹਦੇ ਨਾਲ ਲੇਖਾ ਨਾ ਦੇਣਾ ਪਵੇ। ਇਹ ਦੁਨਿਆਵੀ ਵਿਦਿਆ ਜਿਹੜੀ ਹੈ ਇਹ ਤਾਂ ਜੰਜਾਲ ਹੈ, ਇਹਦੇ ਨਾਲ ਲੇਖਾ ਦੇਣਾ ਪੈਂਦਾ ਹੈ। ਤਾਂ ਫਿਰ ਗੋਪਾਲ ਪੰਡਿਤ ਜੀ ਨੇ ਆਪ ਪੁੱਛ ਲੈਣਾ ਕੀਤਾ ਕਿ ਮਹਾਰਾਜ ਆਪ ਕਿਸ ਪ੍ਰਕਾਰ ਦੇ ਨਾਲ ਵਿਦਿਆ ਸਾਨੂੰ ਦੱਸਣਾ ਕਰੋ, ਕਿਹੜੀ ਉਹ ਵਿਦਿਆ ਹੈ ਜਿਹਦੇ ਨਾਲ ਲੇਖਾ ਨਹੀਂ ਦੇਣਾ ਪੈਂਦਾ। महाराज कहते जाल मोह घस मस मत कागद कर सार, भाव कर्म कर चित लिखारी, गुर पुछ लिख विचार, लिख नाम सालाह लिख, लिख अंत न पारावार। तो महाराज कहते ये वाला जे लेखा लिखना करोगे ना ते इस लेखे दे नाल परमेश्वर दी दरगाह दे विच आप जियां नू लेखा नहीं देना पवेगा, सीधा सुरखरू हो जाना करोगे। दाई दौलता जियां ने भी जदों महाराज धरती ते आए ते मेहता कालू जी नू आख देना कीता कि मेहता कालू जी असी अज बड़े ही दौलत वाले हो गए हैं, किन्ने ही बालकां नू असी आप अपने हत्थां विच खिडौना कीता है, पर जिहड़े तुहाडे घर दे विच बालक आए ने ना, ये महाराज आए ने, इन्हां वर्गा कोई संसार दे उत्ते अजे तक सानू मिलिया ही नहीं। जिन्हां जिन्हां नू भी अपने हत्थां विच खिडौना कीता बच्चे रो लिया करदे ने, जदों असल दे विच जदों माता दे गर्भ विच हुंदा ना जीव ते परमेश्वर दा नाम जपदा हुंदा है। महाराज कहंदे ने उत्थे जठर अग्नि भी है, जठर अग्नि दे विच जीव सड़ जाया करदा है, उत्थे जल भी है, जल दे विच जीव गल भी जाया करदा है। पर जदों परमेश्वर दा नाम जपना करदा उदों गुरसंगत जी जीव दी रखिया हो जाया करदी। मात गर्भ मह आपन सिमरन दे, तह तुम राखन हारे, पावक सागर अथाह लहर मह तार हो तारन हारे। सो आप परमेश्वर दा नाम जदों परमेश्वर सिमरन दी दात दिंदा है, नाम जपदा है, ते गुरसंगत जी उदों नाम जपण दे सदका बचिया रहिंदा है। पर जदों माता दे गर्भ विचों निकल आउंदा ते फिर इहदे ते माया दा प्रभाव पै जांदा है। विच हो गर्भै निकल आया, खसम विसार दुनी चित लाया। ते जदों मालिक दा नाम विसरदा, माया दा प्रभाव पै जांदा है, ते फिर रोना भी करदा है, क्योंकि परमेश्वर दे नाल प्रीति टुट जाया करदी। महाराज पहले पातशाह जियां दी जड़ी प्रीति सी वो बनी हुई सी, ते महाराज रो नहीं सी रहे, ते महाराज हस रहे सन। और सच दी ज्ञात सी कि बई सारे जड़े रिश्तेदार ने ये नाल निभण वाले नहीं, नाल चलण वाले नहीं। सो आप दाई दौलता जी कहना करदे ने कि मेहता कालू जी इन्हां वर्गे असी संसार दे उत्ते हुण तक देखना ही नहीं कीते। पंडित हरदयाल जी तिन्हां नूं भी आप बुलाया गया जदों महाराज जियां दा नामकरण करना सन, तां उन्हां ने नामकरण दे विच आखना कीता नानक। अर्थ की हन गुरसंगत जी तिन्हां दे जदों अर्थ पुछे गए आखण लगे कि ना ते अकना करनगे ते ना ही थकना करनगे। भाव जदों
ਕਰਮ ਚੰਗੇ ਕਰਨ ਦੀ ਗੱਲ ਆਵੇ, ਸਾਰਿਆਂ ਨੂੰ ਸੱਚ ਦਾ ਉਪਦੇਸ਼ ਦੇਣ ਦੀ ਗੱਲ ਆਵੇ, ਉਦੋਂ ਮਹਾਰਾਜ ਨਾ ਤੇ ਅਕਣਾ ਕਰਨਗੇ ਤੇ ਨਾ ਹੀ ਥੱਕਣਾ ਕਰਨਗੇ। ਸਾਰਿਆਂ ਨੂੰ ਮਿਲਾ ਕਰਕੇ ਨਾਮ ਰੱਖ ਦੇਣਾ ਕੀਤੇ ਨਾਨਕ। ਔਰ ਪਹਿਲਾਂ ਹੀ ਪੰਡਿਤ ਹਰਦਿਆਲ ਜੀ ਨੇ ਜਾਣ ਲਿਆ ਸੀ ਕਿ ਇਹ ਐਸਾ ਸਿੱਖ ਪੰਥ ਚਲਾਉਣਾ ਕਰਨਗੇ ਜਿਹੜਾ ਜੁਗਾਂ ਜੁਗੰਤਰਾਂ ਤੱਕ ਕਾਇਮ ਰਹੇਗਾ। ਸੋ ਆਪ ਗੁਰਸੰਗਤ ਜੀ ਮਹਾਰਾਜ ਜੀਆਂ ਨੇ ਧਰਤੀ ਦੇ ਉੱਤੇ ਇਸ ਪ੍ਰਕਾਰ ਦੇ ਨਾਲ ਕੌਤਕ ਵਰਤਾਣਾ ਕੀਤੇ। ਥੋੜੀ ਹੋਰ ਅਰਬਲਾ ਵਧੀ ਤੇ ਫਾਰਸੀ ਦੇ ਵਿਦਵਾਨ ਕੋਲ ਵੀ ਮਹਾਰਾਜ ਜੀਆਂ ਨੂੰ ਭੇਜਿਆ ਗਿਆ। ਜਿਸ ਉਮਰ ਦੇ ਵਿੱਚ ਆਪ ਮਹਾਰਾਜ ਗੁਰਸੰਗਤ ਜੀ ਲਿਖਣਾ, ਗੁਰਸੰਗਤ ਜੀ ਜਿਸ ਵੇਲੇ ਸ਼ਬਦ ਉਚਾਰ ਰਹੇ ਸਨ, ਉਸ ਵੇਲੇ ਬਾਲਕ ਜਿਹੜੇ ਨੇ ਉਹ ਫਾਰਸੀ ਪੜ੍ਹਨਾ ਹੀ ਸਿੱਖਦੇ ਨੇ। ਤੇ ਫਾਰਸੀ ਦਾ ਉਹ ਵਿਦਵਾਨ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮਹਾਰਾਜ ਕਿੱਦਾਂ ਸ਼ਬਦ ਕਲਾਮ ਉਚਾਰ ਰਹੇ ਨੇ। ਤਿਲੰਗ ਰਾਗ ਜੀ ਦੇ ਵਿੱਚ ਆਪ ਬਚਨ ਪੜ੍ਹਦੇ ਹੋ, ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜਰਾਈਲ ਗਿਰਫਤਹ ਦਿਲ ਹੇਚ ਨਾਦਾਨੀ, ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ, ਸਭ ਰੋਜ਼ ਗਸਤਮ ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਨੀ ਅਹਵਾਲ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਨੀ ਅਹਵਾਲ, ਬਦਬਖਤ ਹਮ ਚੂੰ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਖਾਕ। ਤਾਂ ਮਹਾਰਾਜ ਨੇ ਐਸੇ ਜਦੋਂ ਕਲਾਮ ਐਸੇ ਸ਼ਬਦ ਸੁਣਾਉਣਾ ਕੀਤੇ ਨਾ, ਤੇ ਉਹ ਫਾਰਸੀ ਵਾਲਾ ਪੰਡਿਤ ਵੀ ਜਿਹੜਾ ਸੀ ਮਹਾਰਾਜ ਦੇ ਚਰਨਾਂ ਅੱਗੇ ਝੁਕ ਗਿਆ ਤੇ ਆਖਣ ਲੱਗੇ, ਮਹਿਤਾ ਕਾਲੂ ਜੀ ਇਹ ਤਾਂ ਪੜ੍ਹਨ ਵਾਸਤੇ ਨਹੀਂ, ਇਹ ਤਾਂ ਦੁਨੀਆ ਨੂੰ ਪੜ੍ਹਾਉਣ ਵਾਸਤੇ ਆਏ ਨੇ। ਸੋ ਆਪ ਗੁਰਸੰਗਤ ਜੀ ਅਗਾਂਹ ਚੱਲ ਕੇ ਮਹਾਰਾਜ ਜੀਆਂ ਦੇ ਜਿਹੜੇ ਆਨੰਦ ਕਾਰਜ ਸਨ, ਧੰਨ ਮਾਤਾ ਸੁਲੱਖਣੀ ਜੀਆਂ ਦੇ ਨਾਲ ਹੋਣਾ ਕੀਤੇ। ਰਾਏ ਬੁਲਾਰ ਜੀਆਂ ਨੂੰ ਵੀ ਆਪ ਜੀਆਂ ਨੇ ਬੜਾ ਤਾਰਿਆ ਹੈ। ਮੱਝੀਆਂ ਚਾਰਨ ਵਾਸਤੇ ਆਪ ਜਾਣਾ ਕਰਦੇ ਨੇ ਤੇ ਮੱਝੀਆਂ ਇੱਕ ਵਾਰ ਸਾਰਾ ਖੇਤ ਚਰ ਗਈਆਂ। ਰਾਏ ਬੁਲਾਰ ਆਪ ਆ ਕਰਕੇ ਰੋਣਾ ਕਰਨ ਕਿ ਬਈ ਸਾਡਾ ਸਾਰਾ ਖੇਤ ਚਰ ਲਿਆ ਗਿਆ। ਪਰ ਜਦੋਂ ਮਹਾਰਾਜ ਨੇ ਦੇ ਦਰਸ਼ਨ ਕੀਤੇ, ਮਹਾਰਾਜ ਬਾਬਤ ਜਾਣਿਆ ਤੇ ਮਹਿਤਾ ਕਾਲੂ ਜੀ ਨੂੰ ਆਖ ਦੇਣਾ ਕੀਤਾ, ਅਸੀਂ ਇਹਨਾਂ ਦਾ ਮਾਮਲਾ ਅਸੀਂ ਦੇਣਾ ਕਰਾਂਗੇ, ਤੁਸੀਂ ਨਹੀਂ ਦੇਣਾ ਕਰਨਾ। ਜਾਣ ਲਿਆ ਸੀ ਕਿ ਬਹੁਤ ਵੱਡੇ ਪੀਰ ਹਨ। ਤਾਂ ਆਪ ਇਸ ਪ੍ਰਕਾਰ ਦੇ ਨਾਲ ਰਾਏ ਬੁਲਾਰ ਜੀਆਂ ਨੂੰ ਵੀ ਤਾਰਨਾ ਕੀਤਾ ਹੈ। ਆਨੰਦ ਕਾਰਜ ਆਪ ਜੀਆਂ ਦੇ ਸ੍ਰੀ ਮਾਤਾ ਸੁਲੱਖਣੀ ਜੀਆਂ ਦੇ ਨਾਲ ਹੋਣਾ ਕੀਤੇ ਨੇ। ਸਮਾਂ ਪਾ ਕਰਕੇ ਆਪ ਜੀਆਂ ਨੂੰ ਸ੍ਰੀ ਸੁਲਤਾਨਪੁਰ ਬੇਰ ਸਾਹਿਬ ਜੀਆਂ ਦੀ ਧਰਤੀ ਤੇ ਭੇਜਣਾ ਕੀਤਾ, ਜਿੱਥੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿੱਚ ਆਪ ਜੀਆਂ ਨੇ ਜੋ ਮੋਦੀ ਦੀ ਕਿਰਤ ਹੋਇਆ ਕਰਦੀ 13 ਕਹਿ ਕਰਕੇ ਤੋਲਣਾ ਕਰ ਰਹੇ ਨੇ। ਮਹਾਰਾਜ ਦੇ ਸਿੱਖ ਭਾਈ ਭਗੀਰਥ ਜੀ ਉੱਥੇ ਸ਼ਾਹਕੋਟ ਮਲਸੀਆਂ ਨਾਮ ਦਾ ਨਗਰ ਉੱਥੇ ਰਹਿਣਾ ਕਰਦੇ। ਆਪ ਦੇਵੀ ਦੀ ਬੜੀ ਪੂਜਾ ਕਰਦੇ, ਕਿਉਂਕਿ ਜਦੋਂ ਤੱਕ ਗੁਰੂ ਮਹਾਰਾਜ ਦੀ ਸੰਗਤ ਨਹੀਂ ਸੀ ਪ੍ਰਾਪਤ ਹੋਈ ਉਦੋਂ ਤੱਕ। ਪਰ ਜਦੋਂ ਗੁਰੂ ਮਹਾਰਾਜ ਦੇ ਹੋਏ ਤਾਂ ਫਿਰ ਗੁਰੂ ਮਹਾਰਾਜ ਦੇ ਹੀ ਹੋ ਕਰਕੇ ਰਹਿ ਗਏ। ਸੋ ਆਪ ਅਗਾਂਹ ਚੱਲਦਿਆਂ ਭਾਈ ਭਗੀਰਥ ਜੀ ਨੂੰ ਜਦੋਂ ਦੇਵੀ ਨੂੰ ਭਾਈ ਭਗੀਰਥ ਜੀ ਨੇ ਪੁੱਛਣਾ ਕੀਤਾ ਕਿ ਸਾਨੂੰ ਮੁਕਤੀ ਦੀ ਦਾਤ ਦੇਣਾ ਕਰੋ, ਦੇਵੀ ਕਹਿਣ ਲੱਗੀ ਕਿ
ਮੁਕਤੀ ਦੀ ਦਾਤ ਮੈਂ ਨਹੀਂ ਦੇ ਸਕਦੀ ਭਾਈ ਭਗੀਰਥ ਜੀ। ਜੇ ਤੁਸੀਂ ਚਾਹੁੰਦੇ ਹੋ ਮੁਕਤੀ ਦੀ ਦਾਤ ਤੁਹਾਨੂੰ ਪ੍ਰਾਪਤ ਹੋਵੇ, ਸ੍ਰੀ ਬੇਰ ਸਾਹਿਬ ਜੀ ਦੀ ਧਰਤੀ ਤੇ ਮੁਕਤੀ ਦਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੈਠੇ ਨੇ। ਉੱਥੇ ਜਾ ਕਰਕੇ ਉਹਨਾਂ ਦੀ ਸ਼ਰਨ ਵਿੱਚ ਜਾਣਾ ਕਰੋ। ਸਤਿ ਸ੍ਰੀ ਅਕਾਲ। ਤਾਂ ਜਦੋਂ ਗੁਰਸੰਗਤ ਜੀ ਸ਼ਰਨ ਦੇ ਵਿੱਚ ਗਏ ਤਾਂ ਆਪ ਜਿੱਥੇ ਮੋਦੀ ਖਾਨੇ ਦੀ ਕਿਰਤ ਮਹਾਰਾਜ ਕਰ ਰਹੇ ਸਨ, ਉੱਥੇ ਭਾਈ ਭਗੀਰਥ ਜੀ ਵੀ ਬੈਠਣਾ ਕਰ ਰਹੇ। ਬਹੁਤ ਸਾਰੇ ਲੋਕਾਂ ਨੇ ਪੁੱਛਣਾ ਕੀਤਾ ਕਿ ਇਧਰ ਜਿੱਥੇ ਮਹਾਰਾਜ ਆਪ ਮੋਦੀ ਖਾਨੇ ਦੀ ਕਿਰਤ ਕਰ ਰਹੇ ਨੇ, ਉੱਥੇ ਆਪ ਕੀ ਕਾਰਨ ਹੈ ਕਿ ਇੱਥੇ ਸਾਰਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ, ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ। ਤਾਂ ਦੱਸਣਾ ਕੀਤਾ ਜਿੱਥੇ ਮਹਾਰਾਜ ਆਪ ਮੋਦੀ ਖਾਨੇ ਦੀ ਕਿਰਤ ਕਰਕੇ 13 ਕਰਕੇ ਪਾਈ ਜਾਂਦੇ ਨੇ ਨਾ, ਸਾਡੇ ਤਨ ਨੂੰ ਸ਼ਾਂਤ ਕਰਦੇ, ਉੱਥੇ ਨਾਲ ਨਾਲ ਮਨ ਨੂੰ ਵੀ ਸ਼ਾਂਤ ਕਰ ਰਹੇ ਨੇ, ਆਤਮਾ ਨੂੰ ਵੀ ਸ਼ਾਂਤ ਕਰੀ ਜਾਂਦੇ ਨੇ। ਭਾਈ ਭਗੀਰਥ ਜੀ ਜਦੋਂ ਆਪ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਮੰਗਦੇ ਤਾਂ ਉਹ ਇੱਕ ਇੱਕ ਕਰਕੇ ਨੇ, ਤੇ ਆਪ ਕਿੰਨਾ ਹੀ ਵੱਧ ਪਾ ਦਿਆ ਕਰਦੇ ਹੋ, ਇਸ ਪ੍ਰਕਾਰ ਨਾਲ ਮੋਦੀ ਖਾਨਾ ਤੇ ਸਾਰਾ ਹੀ ਖਾਲੀ ਹੋ ਜਾਵੇਗਾ। ਸੋ ਆਪ ਮਹਾਰਾਜ ਕਹਿਣ ਲੱਗੇ ਕਿ ਫਿਰ ਤੁਸੀਂ ਗਿਣਤੀ ਕਰਨਾ ਕਰੋ। ਭਾਈ ਭਗੀਰਥ ਜੀ ਜਦੋਂ ਇੱਕ ਮੁੱਠ ਮਹਾਰਾਜ ਨੇ ਪਾਣਾ ਕੀਤੀ ਤੇ ਉਦੋਂ ਗੁਰਸੰਗਤ ਜੀ ਸਾਰਿਆਂ ਦੇ ਵਿੱਚ ਇੱਕ ਇੱਕ ਮੁੱਠ ਪਾਉਂਦੇ ਰਹੇ, ਪਰ ਆਪਣੀ ਗਿਣਤੀ ਭਾਈ ਭਗੀਰਥ ਜੀ 1 2 ਕਰਕੇ ਗਿਣਦੇ ਰਹਿਣਾ ਕਰ ਰਹੇ ਨੇ। ਪਰ ਮਹਾਰਾਜ ਨੇ ਇੱਕ ਹੀ ਗਿਣਨਾ ਕੀਤਾ ਹੈ। ਤੇ ਫਿਰ ਭਾਈ ਭਗੀਰਥ ਜੀ ਨੇ ਪੁੱਛਣਾ ਕੀਤਾ, ਮਹਾਰਾਜ ਹੁਣ ਤਾਂ 7 ਵਾਰੀ ਆਪ ਜੀ ਨੇ ਪਾ ਦਿੱਤਾ। ਤੇ ਫਿਰ ਮਹਾਰਾਜ ਨੇ ਅੱਗੇ 7 ਹੀ ਗਿਣਨਾ ਕੀਤਾ। ਤੇ ਜਦੋਂ 13 ਹੋ ਗਏ ਤਾਂ ਫਿਰ 13 ਕਹਿ ਕੇ ਫਿਰ ਕਹਿਣ ਲੱਗੇ, ਮਹਾਰਾਜ 13 ਮੁੱਠੀਆਂ ਹੋ ਗਈਆਂ ਨੇ। ਤਾਂ ਮਹਾਰਾਜ ਕਹਿੰਦੇ ਕਿ ਬਈ ਜਦ 13 ਭਾਵ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਹੀ ਦਿੱਤਾ ਹੋਇਆ ਹੈ, ਤਾਂ ਫਿਰ ਮੋਦੀ ਖਾਨੇ ਕਿੱਦਾਂ ਖਾਲੀ ਹੋ ਸਕਦੇ ਨੇ। ਉਸ ਪਰਮੇਸ਼ਰ ਦਾ ਦਿੱਤਾ ਤੇ ਸਾਰਾ ਜੀਵ ਸਾਰੇ ਜੁਗਾਂ ਜੁਗਾਂਤਰਾਂ ਦੇ ਵਿੱਚ ਖਾਣਾ ਕਰਦੇ ਨੇ, ਦੇਂਦਾ ਦੇ ਲੈਂਦੇ ਥੱਕ ਪਾਏ। ਸੋ ਆਪ ਮਹਾਰਾਜ 13 ਕਹਿ ਕਰਕੇ ਸਾਰਿਆਂ ਨੂੰ ਦਾਤ ਦੇਣਾ ਕਰ ਰਹੇ ਨੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਨਤ ਭਰੇ ਭੰਡਾਰ। ਸੋ ਆਪ ਮਹਾਰਾਜ ਅਗਾਂਹ ਚੱਲ ਕੇ ਗੁਰਸੰਗਤ ਜੀ ਜਦੋਂ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਨਾ ਕਿ ਮਹਾਰਾਜ ਤੇ ਸਾਰੇ ਦਾ ਸਾਰਾ ਲੁਟਾਈ ਜਾਂਦੇ ਨੇ, ਜਦੋਂ ਨਵਾਬ ਨੇ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀਆਂ ਦੇ ਸਥਾਨਾਂ ਤੇ ਆਪ ਸਾਰਾ ਹਿਸਾਬ ਦੇਖਿਆ ਤੇ ਹਿਸਾਬ ਦੇ ਵਿੱਚ ਇਹ ਨਜ਼ਰ ਆਇਆ ਕਿ ਨਵਾਬ ਨੇ ਮਹਾਰਾਜ ਜੀਆਂ ਨੂੰ 760 ਰੁਪਏ ਦੇਣੇ ਨੇ। ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਨੇ ਮੋਦੀ ਖਾਨੇ ਦੀ ਕਿਰਤ ਵੀ ਕਰਨਾ ਕੀਤੀ। ਮਹਾਰਾਜ ਨੇ ਆਪਣੀ ਸੁਰਤ ਦੇ ਨਾਲ ਇਹ ਜਾਣਨਾ ਕੀਤਾ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤਾਂ ਮਹਾਰਾਜ ਨੇ ਸਾਰਿਆਂ ਨੂੰ ਗੁਰਸੰਗਤ ਜੀ ਤਾਰਨ ਵਾਸਤੇ ਫਿਰ 4 ਉਦਾਸੀਆਂ ਕਰਨਾ ਕੀਤੀਆਂ। ਭਾਈ ਲਾਲੋ ਜੀ ਨੂੰ ਵੀ ਜਾ ਕਰਕੇ ਉਪਦੇਸ਼ ਦੇਣਾ ਕੀਤਾ ਤੇ ਮਲਕ ਭਾਗੋ ਨੂੰ ਵੀ ਸਮਝਾਣਾ ਕੀਤਾ। ਭਾਈ ਲਾਲੋ ਜੀ ਜਿਹੜੇ ਆਪ ਧਰਮ ਦੀ ਕਿਰਤ ਕਰਕੇ ਆਪ ਭੋਜਨ ਛਕਣਾ ਕਰਦੇ ਨੇ, ਉਧਰ ਮਲਕ ਭਾਗੋ ਨੇ ਵੀ ਬ੍ਰਹਮ ਭੋਜ ਰੱਖਿਆ, ਪਰ ਉਹ ਗਰੀਬਾਂ ਦਾ ਹੱਕ ਮਾਰ ਕੇ ਖਾਣਾ ਕਰਦਾ ਸੀ। ਤਾਂ ਮਹਾਰਾਜ ਨੇ ਜਦੋਂ ਉਹਦੇ ਬ੍ਰਹਮ ਭੋਜ ਨੂੰ ਕਹਿ ਦਿੱਤਾ, ਭੋਜਨ ਨੂੰ ਕਹਿ ਦਿੱਤਾ ਇਹ ਲਹੂ ਭਿੱਜਾ ਹੈ, ਤਾਂ ਆਪ
ਸੜ ਬਲ ਕੇ ਪਹਿਲਾਂ ਕੋਲਾ ਹੋ ਗਿਆ। ਆਖਣ ਲੱਗਿਆ ਵੀ ਮੈਂ ਬੜੀ ਮਿਹਨਤ ਦੇ ਨਾਲ ਭੋਜਨ ਬਣਾਇਆ ਤੇ ਤੁਸੀਂ ਲਹੂ ਭੇਜਾ ਕਹਿਣਾ ਕਰ ਰਹੇ ਹੋ। ਫਿਰ ਦਿਖਾਉਣ ਵਾਸਤੇ ਮਹਾਰਾਜ ਨੇ ਇੱਕ ਭਾਗੋ ਦੇ ਪੂੜਿਆਂ ਨੂੰ ਆਪਣੇ ਹੱਥ ਵਿੱਚ ਫੜਨਾ ਕੀਤਾ। ਇੱਕ ਪਾਸੇ ਭਾਈ ਲਾਲੋ ਜੀਆਂ ਦੀ ਕੋਧਰੇ ਦੀ ਰੋਟੀ ਨੂੰ ਹੱਥ ਵਿੱਚ ਫੜਿਆ। ਜਦੋਂ ਦਬਾਇਆ ਤੇ ਭਾਈ ਲਾਲੋ ਜੀਆਂ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰ ਨਿਕਲੀ ਤੇ ਮਹਾਰਾਜ ਨੇ ਜਦੋਂ ਭਾਗੋ ਦੇ ਪੂੜਿਆਂ ਨੂੰ ਦਬਾਉਣਾ ਕੀਤਾ ਤੇ ਵਿੱਚੋਂ ਲਹੂ ਦੀ ਧਾਰ ਨਿਕਲੀ। ਸੋ ਆਖਣ ਲੱਗੇ ਕਿ ਅਸੀਂ ਇਹ ਭੋਜਨ ਤੇਰਾ ਮਲਕ ਭਾਗੋ ਨਹੀਂ ਛਕ ਸਕਦੇ, ਕਿਉਂਕਿ ਇਹ ਭੋਜਨ ਸਾਡੇ ਛਕਣ ਲਾਇਕ ਨਹੀਂ, ਤੂੰ ਗਰੀਬਾਂ ਦਾ ਹੱਕ ਮਾਰ ਕੇ ਖਾਣਾ ਕਰਦਾ। ਅਗਾਂਹ ਬਾਬਰ ਨੇ ਵੀ ਗੁਰਸੰਗਤ ਜੀ ਮਹਾਰਾਜ ਜੀਆਂ ਨੂੰ ਕੈਦ ਕਰਨਾ ਕੀਤਾ, ਪਰ ਜਦੋਂ ਬਾਬਰ ਨੂੰ ਸੱਚ ਦੀ ਗਿਆਤ ਹੋਈ ਤਾਂ ਉਹਨੇ ਆਖ ਦੇਣਾ ਕੀਤਾ, ਮਹਾਰਾਜ ਕਿਰਪਾ ਕਰੋ, ਮੈਂ ਜੁਗਾ ਜੁਗਾਂਤਰਾਂ ਤੱਕ ਰਾਜ ਕਰਦਾ ਰਹਾ, ਮੇਰਾ ਰਾਜ ਰਵੇ। ਮਹਾਰਾਜ ਕਹਿੰਦੇ ਤੇਰਾ ਰਾਜ ਜਿਹੜਾ ਹੈ ਉਦੋਂ ਤੱਕ ਰਵੇਗਾ ਜਦੋਂ ਤੱਕ ਤੇਰੇ ਰਾਜ ਦੇ ਵਿੱਚ ਧਰਮ ਰਵੇਗਾ। ਜਿੱਦਣ ਤੇਰੇ ਰਾਜ ਦੇ ਵਿੱਚੋਂ ਧਰਮ ਚਲਿਆ ਗਿਆ ਉਸ ਵੇਲੇ ਤੇਰਾ ਰਾਜ ਵੀ ਚਲਾ ਜਾਵੇਗਾ। ਜਦੋਂ ਔਰੰਗਜ਼ੇਬ ਨੇ ਹਿੰਦੂਆਂ ਦੇ ਧਰਮਾਂ ਦੇ ਉੱਪਰ ਆਪ ਹਮਲਾ ਕਰਨਾ ਕੀਤਾ, ਉਹਨਾਂ ਦੇ ਮੰਦਰ ਢਵਾਉਣਾ ਕੀਤੇ, ਨਵੇਂ ਪਾਤਸ਼ਾਹ ਜੀਆਂ ਨੂੰ ਸ਼ਹੀਦ ਕਰਨਾ ਕੀਤਾ ਗੁਰਸੰਗਤ ਜੀ, ਉਹਦੇ ਨਾਲ ਹੀ ਇਹਦਾ ਰਾਜ ਚਲਿਆ ਗਿਆ। ਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਸੰਗਤ ਜੀ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਸੋ ਇਤਨੀ ਆਪ ਸਮੇਂ ਦੀ ਪਾਬੰਦੀ ਹੋਣ ਕਰਕੇ ਇੱਧਰ ਹੀ ਸਮਾਪਤੀ ਹੈ। ਗੁਰਸੰਗਤ ਜੀ ਆਪ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਮਹਾਰਾਜ ਕਿਰਪਾ ਕਰਨ, ਪ੍ਰਕਾਸ਼ ਪੁਰਬ ਮਨਾਇਆ ਮਹਾਰਾਜ ਜੀਆਂ ਦਾ ਸਾਡੇ ਸਾਰਿਆਂ ਵਾਸਤੇ ਸਫਲ ਕਰ ਦੇਣਾ ਕਰਨ। ਸੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੂੰ ਨੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਥਾ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ ਜੀ। ਇੱਕ ਵਾਰ ਫਿਰ ਆਪ ਸਮੂਹ ਸੰਗਤਾਂ ਨੂੰ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਬਖਸ਼ੋ ਅਸੀਸ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਤੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ। ਸੱਚ ਨਾਮ ਆਧਾਰ ਮੇਰਾ, ਭੁੱਖਾਂ ਸਭ ਗਵਾਈਆਂ। ਕਰ ਸਾਥ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਹਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਦਵਾਸ ਕੀਤੇ,
ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਅਨ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਪਾਰਿਤ ਤੇ ਗੁਰਬਾਣੀ। ਵਾਹਿਗੁਰੂ 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 ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ